Good morning, students, and welcome to the English class. Today, we are going to start a new chapter from your Firefly book. Before starting our chapter, I would like you to see this picture. Who is he? Yes, he is popular Indian comedian ਕਪਿਲ ਸ਼ਰਮਾ ਜੋ ਕਿ ਦ ਕਪਿਲ ਸ਼ਰਮਾ ਸ਼ੋਅ ਵੀ ਚਲਾਉਂਦੇ ਆ। ਸੋ ਇਹ ਕੰਮ ਕੀ ਕਰਦੇ ਆ? ਕੋਮੇਡੀਅਨ ਆ, ਸੋ ਓਬਵੀਅਸਲੀ ਹਸਾਉਣ ਦਾ ਕੰਮ ਕਰਦੇ ਆ ਲੋਕਾਂ ਨੂੰ, ਠੀਕ ਹੈ ਨਾ। ਸੋ ਇੱਕ ਬਹੁਤ ਜ਼ਿਆਦਾ ਫੇਮਸ ਕੋਮੇਡੀਅਨ ਬਾਰੇ ਅਸੀਂ ਅੱਜ ਡਿਸਕਸ ਕਰਨਾ ਆ, ਜਿਨ੍ਹਾਂ ਨੂੰ ਕਿੰਗ ਆਫ ਕਾਮੇਡੀ ਵੀ ਕਿਹਾ ਜਾਂਦਾ ਆ। ਅਗਰ ਤੁਹਾਨੂੰ ਪਤਾ ਹੋਵੇ ਕਿ ਕਿੰਗ ਆਫ ਕਾਮੇਡੀ ਕਿਹਨੂੰ ਕਿਹਾ ਜਾਂਦਾ ਆ, ਨਹੀਂ ਪਤਾ ਤਾਂ ਇਹ ਪਿਕਚਰ ਦੇਖੋ। ਹਲੇ ਵੀ ਨਹੀਂ ਪਤਾ ਤਾਂ ਮੈਂ ਦੱਸ ਦਿੰਦੀ ਹਾਂ। ਹੀ ਇਜ਼ ਚਾਰਲੀ ਚੈਪਲਿਨ। ਇਹਨਾਂ ਨੂੰ ਕਿੰਗ ਆਫ ਕਾਮੇਡੀ ਕਿਹਾ ਜਾਂਦਾ ਆ। ਅੱਜ ਅਸੀਂ ਇਹਨਾਂ ਬਾਰੇ ਹੀ ਰੀਡ ਕਰਾਂਗੇ ਕਿ ਇਹਨਾਂ ਜਿਹੜਾ ਲੋਕਾਂ ਨੂੰ, ਦੁਨੀਆ ਨੂੰ ਹਸਾਉਣ ਵਾਲਾ ਜਿਹੜਾ ਐਕਟਰ ਸੀਗਾ, ਸਾਇਲੈਂਟ ਮੂਵੀਜ਼ ਦੇ ਵਿੱਚ ਕੰਮ ਕਰਕੇ ਉਹਨੇ ਲੋਕਾਂ ਨੂੰ ਹਸਾਇਆ ਬਿਨਾਂ ਕੁਝ ਬੋਲੇ। ਹੁਣ ਜਿਹੜੇ ਕਾਮੇਡੀਅਨਸ ਆ ਉਹ ਤਾਂ ਕੀ ਆ, ਜੋਕਸ ਕਰੈਕ ਕਰਕੇ ਲੋਕਾਂ ਨੂੰ ਹਸਾਉਂਦੇ ਆ, ਪਰ ਚਾਰਲੀ ਚੈਪਲਿਨ ਸੀ ਜੋ ਉਹ ਇੱਦਾਂ ਦੇ ਕਾਮੇਡੀਅਨ ਸੀ ਜਿਹੜੇ ਕਿ ਬਿਨਾਂ ਬੋਲੇ ਹੀ ਲੋਕਾਂ ਨੂੰ ਬਹੁਤ ਜ਼ਿਆਦਾ ਹਸਾਉਂਦੇ ਸੀ ਆਪਣੀ ਐਕਟਿੰਗ ਦੇ ਨਾਲ ਹੀ। ਸੋ ਦਿਸ ਇਜ਼ ਚੈਪਟਰ ਨੰਬਰ 6। The name of the chapter is The Man Who Made Laughter a Profitable Business. ਪ੍ਰੋਫਿਟੇਬਲ ਕੀ ਹੁੰਦਾ? ਜਿਹਦੇ ਨਾਲ ਤੁਹਾਨੂੰ ਮੁਨਾਫਾ ਹੋਵੇ, ਫਾਇਦਾ ਹੋਵੇ ਕੁਛ। ਲਾਫਟਰ ਨੂੰ ਹੀ ਉਹਨਾਂ ਨੇ ਬਹੁਤ ਜ਼ਿਆਦਾ ਪ੍ਰੋਫਿਟੇਬਲ ਬਿਜ਼ਨਸ ਬਣਾਇਆ। ਕਿੱਦਾਂ ਬਣਾਇਆ ਅਸੀਂ ਅੱਜ ਆਪਣੇ ਚੈਪਟਰ ਦੇ ਵਿੱਚ ਰੀਡ ਕਰਾਂਗੇ। Charles Spencer Chaplin, one of the biggest icons of the silent film era. ਹੁਣ ਚਾਰਲੀ ਚੈਪਲਿਨ ਦਾ ਜਿਹੜਾ ਫੁੱਲ ਨੇਮ ਸੀ ਚਾਰਲਸ ਸਪੈਂਸਰ ਚੈਪਲਿਨ ਸੀ। ਉਹ ਜਿਹੜੇ ਆ ਚਾਰਲੀ ਚੈਪਲਿਨ ਦੇ ਨਾਮ ਤੋਂ ਹੀ ਫੇਮਸ ਜ਼ਿਆਦਾ ਹੋਏ ਆ, ਔਰ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦਾ ਫੁੱਲ ਨੇਮ ਨਹੀਂ ਪਤਾ। ਸੋ ਹਿਸ ਫੁੱਲ ਨੇਮ ਵਾਜ਼ ਚਾਰਲਸ ਸਪੈਂਸਰ ਚੈਪਲਿਨ। ਔਰ ਉਹ ਸਾਇਲੈਂਟ ਫਿਲਮਸ ਦੇ, ਜਿੱਦਾਂ ਕਿ ਮੈਂ ਪਹਿਲਾਂ ਵੀ ਕਿਹਾ ਔਰ ਤੁਹਾਨੂੰ ਵੀ, ਬੱਚਿਆਂ ਨੂੰ ਵੀ ਸ਼ਾਇਦ ਪਤਾ ਹੋਵੇ ਉਹਨਾਂ ਬਾਰੇ, ਕਿ ਉਹਨਾਂ ਦੇ ਜਿਹੜੀਆਂ ਮੂਵੀਜ਼ ਸੀਗੀਆਂ ਉਹ ਸਾਇਲੈਂਟ ਹੀ ਹੁੰਦੀਆਂ ਸੀ, ਉਹਦੇ ਵਿੱਚ ਕੁਛ ਨਹੀਂ ਬੋਲਦੇ ਸੀ, ਬਸ ਪਰਫੋਰਮੈਂਸ ਦੇ ਨਾਲ ਹੀ ਉਹ ਲੋਕਾਂ ਨੂੰ ਹਸਾਉਂਦੇ ਸੀਗੇ। ਸਾਇਲੈਂਟ ਫਿਲਮ ਐਰਾ ਦੇ ਬਿਗੇਸਟ ਆਈਕਨਸ ਜਿਹੜੇ ਆ ਮੰਨੇ ਜਾਂਦੇ ਆ ਚਾਰਲੀ ਚੈਪਲਿਨ। ਵਾਜ਼ ਬੋਰਨ ਇਨ ਲੰਡਨ ਔਨ April 16, 1889। ਔਰ ਉਹਨਾਂ ਦਾ ਜਨਮ ਲੰਡਨ ਵਿੱਚ 16 ਅਪ੍ਰੈਲ 1899 ਦੇ ਵਿੱਚ ਹੋਇਆ। He was born to a mother who struggled to make ends meet as Chaplin's father abandoned the family after his birth। ਹੁਣ ਜਿਹੜੀ ਉਹਨਾਂ ਦੀ ਮਦਰ ਸੀਗੀ ਚਾਰਲੀ ਚੈਪਲਿਨ ਦੀ, ਉਹਨਾਂ ਨੇ ਬਹੁਤ ਜ਼ਿਆਦਾ ਸਟਰਗਲ ਕੀਤਾ। ਮੇਕਸ ਐਂਡਸ ਮੀਟ ਮਤਲਬ ਕਿ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਹੈ ਡੇ ਟੂ ਡੇ ਲਾਈਫ ਦੀਆਂ, ਉਹਨਾਂ ਨੂੰ ਪੂਰਾ ਕਰਨ ਵਾਸਤੇ ਹੀ ਉਹਨਾਂ ਦੀ ਮਦਰ ਨੇ ਬਹੁਤ ਜ਼ਿਆਦਾ ਸਟਰਗਲ ਕੀਤਾ। ਕਿਉਂ ਸਟਰਗਲ ਕੀਤਾ? ਕਿਉਂਕਿ ਚਾਰਲੀ ਦੇ ਜਿਹੜੇ ਫਾਦਰ ਸੀਗੇ, ਚਾਰਲੀ ਦੇ ਬਰਥ ਤੋਂ ਬਾਅਦ ਉਹਨਾਂ ਨੂੰ ਛੱਡ ਕੇ ਚਲੇ ਗਏ। ਅਬੈਂਡਨ ਦਾ ਮਤਲਬ ਹੁੰਦਾ ਹੈ ਛੱਡ ਦੇਣਾ। ਹੀ ਗ੍ਰੀw ਅਪ with his elder half brother Sidney and his mother, a vaudevillian and music hall singer who went by stage name Lily Harley। ਹੁਣ ਜਿਹੜੇ ਚਾਰਲੀ ਸੀਗੇ ਉਹ ਆਪਣੇ ਹਾਫ ਬ੍ਰਦਰ ਦਾ ਮਤਲਬ ਸੌਤੇਲਾ ਭਰਾ, ਸੌਤੇਲਾ ਭਰਾ ਜਿਹਦਾ ਨਾਮ ਸੀ ਸਿਡਨੀ, ਅਤੇ ਆਪਣੀ ਮਦਰ ਜਿਹੜੀ ਕਿ ਵੌਡਵਿਲੀਅਨ ਸੀ। ਵੌਡਵਿਲੀਅਨ ਹੁੰਦਾ ਆ ਅ ਸਟੇਜ ਪਰਫਾਰਮਰ ਹੂ ਪਰਫਾਰਮਸ ਵੇਰੀਅਸ ਐਕਟਸ। ਇੱਕ ਸਟੇਜ ਪਰਫਾਰਮਰ ਜਿਹੜਾ ਕਿ ਬਹੁਤ ਸਾਰੇ ਐਕਟਸ, ਡਿਫਰੈਂਟ ਐਕਟਸ ਪਰਫਾਰਮ ਕਰਦਾ ਆ। ਔਰ ਮਿਊਜ਼ਿਕ ਹਾਲ ਸਿੰਗਰ ਵੀ ਸੀ ਉਹਨਾਂ ਦੀ ਮਦਰ। ਅਤੇ ਉਹ ਜਿਹੜੀ ਸੀ ਸਟੇਜ ਨੇਮ ਲਿਲੀ ਹਾਰਲੇ ਦੇ ਨਾਮ ਤੋਂ ਫੇਮਸ ਹੋਈ ਸੀ। ਉਹਨਾਂ ਦਾ ਵੈਸੇ ਰੀਅਲ ਨੇਮ ਹੋਰ ਸੀਗਾ, ਅਸੀਂ ਰੀਡ ਕਰਾਂਗੇ ਕੀ ਸੀਗਾ ਨੇਮ ਉਹਨਾਂ ਦਾ। ਚੈਪਲਿਨ ਵੈਂਟ ਫਰੋਮ ਰੈਗਸ ਟੂ ਰਿਚਿਸ ਆਫਟਰ ਸਿੰਗਿੰਗ ਅਪ ਵਿਦ ਦ ਐਸਟਨੇ ਕੰਪਨੀ ਐਂਡ ਹਾਇਰਿੰਗ ਹਿਜ਼ ਬ੍ਰਦਰ ਸਿਡਨੀ ਐਜ਼ ਹਿਜ਼ ਬਿਜ਼ਨਸ ਮੈਨੇਜਰ। ਹੁਣ ਚੈਪਲਿਨ ਜਿਹੜੇ ਸੀਗੇ, ਰੈਗਸ ਟੂ ਰਿਚਿਸ ਮਤਲਬ ਰੈਗਸ ਹੁੰਦਾ ਲੀਰਾਂ, ਕਿ ਇੰਨੇ ਉਹ ਗਰੀਬ ਹੁੰਦੇ ਸੀਗੇ ਕਿ ਉਹ ਲੀਰਾਂ ਪਾਉਂਦੇ ਹੁੰਦੇ ਸੀ ਆਪਣੇ ਅਰਲੀਅਰ ਲਾਈਫ ਦੇ ਵਿੱਚ, ਕਿਉਂਕਿ ਉਹਨਾਂ ਦੇ ਫਾਦਰ ਵੀ ਉਹਨਾਂ ਨੂੰ ਛੱਡ ਕੇ ਜਾ ਚੁੱਕੇ। ਜਦੋਂ ਉਹਨਾਂ ਦਾ ਬਰਥ ਹੋਇਆ ਉਦੋਂ ਹੀ ਉਹਨਾਂ ਦੇ ਫਾਦਰ ਉਹਨਾਂ ਨੂੰ ਛੱਡ ਕੇ ਚਲੇ ਗਏ ਸੀ। ਉਹਨਾਂ ਦੀ ਮਦਰ ਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਸੀਗਾ ਡੇ ਟੂ ਡੇ ਲਾਈਫ ਦੀਆਂ ਨੀਡਸ ਪੂਰੀਆਂ ਕਰਨ ਨੂੰ ਹੀ। ਇਸ ਕਰਕੇ ਉਹ ਬਹੁਤ ਜ਼ਿਆਦਾ ਉਹਨਾਂ ਦੀ ਮਤਲਬ ਗਰੀਬੀ ਦੇ ਵਿੱਚ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ। ਪਰ ਕਹਿੰਦੇ ਕਿ ਗਰੀਬੀ ਤੋਂ ਉਹ ਅਮੀਰ ਬਣੇ
ਕਦੋਂ? ਜਦੋਂ ਉਹਨਾਂ ਨੇ ਕੰਮ ਕੀਤਾ ਐਸਨੇ ਕੰਪਨੀ ਦੇ ਨਾਲ, ਅਤੇ ਉਹਨਾਂ ਨੇ ਆਪਣੇ ਬ੍ਰਦਰ ਸਿਡਨੀ ਨੂੰ, ਜਿਹੜਾ ਉਹਨਾਂ ਦਾ ਸੌਤੇਲਾ ਭਰਾ ਸੀਗਾ, ਉਹਨੂੰ ਆਪਣਾ ਐਜ਼ ਅ ਬਿਜ਼ਨਸ ਮੈਨੇਜਰ ਹਾਇਰ ਕੀਤਾ। अर्ली लाइफ, ਹੁਣ ਉਹਨਾਂ ਦੀ अर्ली ਲਾਈਫ ਕਿੱਦਾਂ ਦੀ ਸੀ? ਹਨਾ ਚੈਪਲਿਨ, ਹਨਾ ਚੈਪਲਿਨ ਉਹਨਾਂ ਦੀ ਮਦਰ ਦਾ ਨਾਮ ਸੀ, ਠੀਕ ਹੈ। ਲਿਲੀ ਹਾਰਲੇ ਦੇ ਨਾਮ ਤੋਂ ਫੇਮਸ ਹੋਈ ਸੀ, ਬਟ ਉਹਨਾਂ ਦਾ ਰੀਅਲ ਨੇਮ ਸੀ ਹਨਾ ਚੈਪਲਿਨ। First introduced her second born to spotlight in a stage performance when Charlie was just 5। ਹੁਣ ਕਹਿੰਦੇ ਕਿ ਹੈਨਾ ਨੇ, ਜਿਹੜੀ ਉਹਨਾਂ ਦੀ ਮਦਰ ਸੀ, ਆਪਣੇ ਸੈਕਿੰਡ ਬੋਰਨ, ਮਤਲਬ ਕਿ ਸੈਕਿੰਡ ਬੋਰਨ ਚਾਰਲੀ ਚੈਪਲਿਨ ਉਹਨਾਂ ਦਾ ਸੈਕਿੰਡ ਬੇਟਾ ਸੀਗਾ। ਪਹਿਲਾ ਜਿਹੜਾ ਉਹਨਾਂ ਦਾ ਬੇਟਾ ਸੀਗਾ ਉਹ ਸਿਡਨੀ ਸੀ, ਜੋ ਕਿ ਚੈਪਲਿਨ ਦਾ ਸੌਤੇਲਾ ਭਰਾ ਸੀ। ਹੁਣ ਕਹਿੰਦੇ ਕਿ ਚੈਪਲਿਨ ਨੂੰ ਹੈਨਾ ਨੇ ਉਦੋਂ ਇੰਟਰੋਡਿਊਸ ਕੀਤਾ ਸਪੋਟਲਾਈਟ ਮਤਲਬ ਅਸੀਂ ਕਹਿ ਸਕਦੇ ਹਾਂ ਸਟੇਜ ਦੇ ਉੱਤੇ ਫੇਮਸ ਹੋਣ ਵਾਸਤੇ। ਉਦੋਂ ਉਹਨਾਂ ਨੇ ਇੰਟਰੋਡਿਊਸ ਕੀਤਾ ਜਦੋਂ ਚਾਰਲੀ ਸਿਰਫ 5 ਸਾਲ ਦੇ ਸੀ। Hannah lost her voice during the performance and this prompted the manager to push a young Chaplin to woo the audience। ਹੁਣ ਹੈਨਾ ਨੇ ਉਹਨਾਂ ਨੂੰ ਜਦੋਂ ਰਿਪਰੈਜ਼ੈਂਟ ਕੀਤਾ ਸਟੇਜ ਦੇ ਉੱਤੇ, ਉਹਨਾਂ ਦਾ ਕੋਈ ਪਲਾਨ ਨਹੀਂ ਸੀਗਾ ਕਿ ਉਹ ਰਿਪਰੈਜ਼ੈਂਟ ਕਰਨਗੇ ਚਾਰਲੀ ਨੂੰ ਸਟੇਜ ਦੇ ਉੱਤੇ 5 ਸਾਲ ਦੀ ਉਮਰ ਦੇ ਵਿੱਚ। ਬਟ ਸਿਚੁਏਸ਼ਨ ਇੱਦਾਂ ਦੀ ਅਰਾਈਜ਼ ਹੋਈ ਕਿ ਹਨਾ ਦੀ ਜਿਹੜੀ ਵੋਇਸ ਸੀਗੀ ਉਹ ਪਰਫੋਰਮ ਕਰਦੇ ਹੋਏ ਸਟੇਜ ਦੇ ਉੱਤੇ ਚਲੀ ਗਈ ਸੀ। ਇਸ ਕਰਕੇ ਜਿਹੜਾ ਮੈਨੇਜਰ ਸੀ, ਜਿਹੜਾ ਉਹ ਇਵੈਂਟ ਕਰਵਾ ਰਿਹਾ ਸੀਗਾ, ਉਹਨੇ ਯੰਗ ਜਿਹੜਾ ਚੈਪਲਿਨ ਸੀ ਉਹਨੂੰ ਅੱਗੇ ਭੇਜਿਆ ਕਿ ਉਹ ਆਡੀਅנס ਨੂੰ ਵੂ ਕਰਨ, ਮਤਲਬ ਆਡੀਅנס ਨੂੰ ਖੁਸ਼ ਕਰਨ। ਉਹਨਾਂ ਨੇ ਚੈਪਲਿਨ ਨੂੰ ਸਟੇਜ ਦੇ ਉੱਤੇ ਭੇਜਿਆ ਜਦੋਂ ਚੈਪਲਿਨ ਸਿਰਫ 5 ਸਾਲ ਦੇ ਸੀ। The manager had heard the boy sing before and decided to replace Hannah during that performance। ਹੁਣ ਮੈਨੇਜਰ ਨੇ 5 ਸਾਲ ਦੇ ਬੱਚੇ ਨੂੰ ਇੱਕ ਲੇਡੀ ਦੀ ਜਗ੍ਹਾ 'ਤੇ ਕਿਉਂ ਭੇਜਿਆ? ਕਿਉਂਕਿ ਮੈਨੇਜਰ ਨੇ ਪਹਿਲਾਂ ਵੀ ਸੁਣਿਆ ਹੋਇਆ ਸੀਗਾ ਚੈਪਲਿਨ ਨੂੰ ਕਿਤੇ ਗਾਉਂਦੇ ਹੋਏ, ਇਸ ਕਰਕੇ ਉਹਨਾਂ ਨੂੰ ਲੱਗਿਆ ਕਿ ਹੁਣ ਜਿਹੜੀ ਹੈਨਾ ਆ ਉਹਦੀ ਜਗ੍ਹਾ ਉਹਦੇ ਬੇਟੇ ਨੂੰ ਭੇਜਿਆ ਜਾ ਸਕਦਾ ਹੈ। ਕਿਉਂਕਿ ਪਰਫੋਰਮੈਂਸ ਚੱਲਦੇ ਅਗਰ ਕੋਈ ਜਿਹੜਾ ਪਰਫੋਰਮ ਕਰ ਰਿਹਾ ਉਹਨੂੰ ਕੁਝ ਹੋ ਜਾਵੇ, ਆਡੀਅנס ਜਿਹੜੇ ਆਏ ਹੁੰਦੇ ਆ ਉਹ ਕੀ ਆ, ਉਹ ਨਾ ਖੁਸ਼ ਹੋ ਜਾਂਦੇ ਆ, ਅਤੇ ਜਿਹੜਾ ਇਵੈਂਟ ਕਰਵਾ ਰਿਹਾ ਉਹਨੂੰ ਕੀ ਹੁੰਦਾ ਹੈ, ਲੌਸ ਹੋ ਜਾਂਦਾ ਆ। ਇਸ ਕਰਕੇ ਮੈਨੇਜਰ ਨੇ ਚੈਪਲਿਨ ਨੂੰ ਸਟੇਜ ਦੇ ਉੱਤੇ ਭੇਜ ਦਿੱਤਾ ਪਰਫੋਰਮ ਕਰਨ ਵਾਸਤੇ। The young boy wooed the audience with his natural wit। ਹੁਣ ਜਿਹੜੇ ਚੈਪਲਿਨ ਸੀ 5 ਸਾਲ ਦੇ ਸੀ ਉਸ ਟਾਈਮ 'ਤੇ, ਉਹਨਾਂ ਨੇ ਆਡੀਅנס ਨੂੰ ਵੂਡ ਮਤਲਬ ਖੁਸ਼ ਕੀਤਾ, ਆਪਣੀ ਨੈਚੁਰਲ ਵਿਟ, ਆਪਣੀ ਨੈਚੁਰਲ ਸੂਝ-ਬੂਝ ਦੇ ਨਾਲ ਉਹਨਾਂ ਨੇ ਬਹੁਤ ਜ਼ਿਆਦਾ ਖੁਸ਼ ਕੀਤਾ ਆਡੀਅנס ਨੂੰ। He even imitated his mother's cracking voice to give a comedic angle to his performance। ਉਹਨਾਂ ਨੇ ਆਪਣੀ ਮਦਰ ਦੀ ਜਿਹੜੀ cracking voice ਸੀ, ਮਤਲਬ ਕਾਮਿਕ ਵੋਇਸ ਸੀਗੀ, ਉਹਨੂੰ ਵੀ ਇਮੀਟੇਟ ਕੀ ਹੁੰਦਾ ਹੈ, ਨਕਲ ਕਰਨਾ, ਉਹਦੀ ਵੀ ਨਕਲ ਕੀਤੀ ਆਪਣੀ ਮਦਰ ਦੀ ਵੋਇਸ ਦੀ, ਤਾਂ ਕਿ ਉਹ ਜਿਹੜੇ ਆਡੀਅנס ਆ ਉਹਨਾਂ ਨੂੰ ਕੁਝ ਕਾਮੇਡਿਕ ਐਂਗਲ ਦੇ ਸਕਣ। ਬਟ ਦਿਸ ਐਪੀਸੋਡ ਮੈਂਟ ਦਾ ਐਂਡ ਫॉर ਹੈਨਾਸ ਕਰੀਅਰ। ਪਰ ਕਹਿੰਦੇ ਇਹ ਜਿਹੜਾ ਐਪੀਸੋਡ ਸੀ ਇਹਦੇ ਨਾਲ ਹੀ ਜਿਹੜੀ ਹਨਾ ਦੀ, ਉਹਨਾਂ ਦੀ ਮਦਰ ਦਾ ਕਰੀਅਰ ਸੀ ਉਹ ਖ਼ਤਮ ਹੋ ਚੁੱਕਾ ਸੀ, ਕਿਉਂਕਿ ਉਹਨਾਂ ਦੀ ਆਵਾਜ਼ ਹੀ ਚਲੀ ਗਈ ਸੀ। ਹਰ ਸਿੰਗਿੰਗ ਵੋਇਸ ਨੈਵਰ ਰਿਟਰਨ। ਉਹਨਾਂ ਦੀ ਸਿੰਗਿੰਗ ਵੋਇਸ ਜਿਹੜੀ ਸੀ ਉਹ ਕਦੀ ਵੀ ਵਾਪਸ ਨਹੀਂ ਆ ਸਕੀ। ਐਂਡ ਸ਼ੀ ਇਵੈਂਚੁਅਲੀ ਰੈਨ ਆਊਟ ਆਫ ਮਨੀ। ਅਤੇ ਹੁਣ ਉਹ ਇਹੀ ਕੰਮ ਕਰਕੇ ਪੈਸੇ ਕਮਾਉਂਦੀ ਸੀ ਉਹਨਾਂ ਦੀ ਮਦਰ, ਉਹਦੇ ਨਾਲ ਹੀ ਜਿਹੜਾ ਘਰ ਦਾ ਗੁਜ਼ਾਰਾ ਹੁੰਦਾ ਸੀਗਾ। ਅਤੇ ਹੁਣ ਜਿਹੜੇ ਚਾਰਲੀ ਸੀ ਅਤੇ ਉਹਨਾਂ ਦਾ ਬ੍ਰਦਰ ਸਿਡਨੀ ਸੀਗਾ, ਉਹਨਾਂ ਨੇ ਕੀ ਕੀਤਾ, ਚਾਰਲੀ ਐਂਡ ਸਿਡਨੀ ਹੈਡ ਟੂ ਮੇਕ ਅ ਨਿਊ ਟੈਂਪਰਰੀ ਹੋਮ ਫॉर ਦੈਮਸੈਲਵਸ ਇਨ ਲੰਡਨ ਸਟਫ ਵਰਕ ਹਾਊਸ। ਅਤੇ ਹੁਣ ਸਿਡਨੀ ਅਤੇ ਚਾਰਲੀ ਨੂੰ ਇੱਕ ਟੈਂਪਰਰੀ ਹੋਮ ਬਣਾਉਣਾ ਪਿਆ। ਹੁਣ ਉਹ ਉਸ ਟਾਈਮ 'ਤੇ ਇੱਦਾਂ ਦੇ ਟਫ ਟਾਈਮ ਦੇ ਵਿੱਚ ਆ ਚੁੱਕੇ ਸੀਗੇ ਕਿ ਇੱਕ ਹੀ ਇਨਕਮ ਦਾ ਰਿਸੋਰਸ ਸੀਗਾ ਉਹਨਾਂ ਦੀ ਮਦਰ, ਅਤੇ ਉਹ ਵੀ ਹੁਣ ਆਪਣੀ ਆਵਾਜ਼ ਗਵਾ ਚੁੱਕੀ ਸੀ, ਜਿਹਦੇ ਕਰਕੇ ਉਹਨਾਂ ਨੂੰ ਕੰਮ ਵੀ ਨਹੀਂ ਮਿਲ ਸਕਦਾ ਸੀਗਾ। ਅਤੇ ਹੁਣ ਚਾਰਲੀ ਅਤੇ ਉਹਨਾਂ ਦੇ ਮਦਰ, ਉਹਨਾਂ ਦੇ ਬ੍ਰਦਰ ਲਈ ਬਹੁਤ ਜ਼ਿਆਦਾ ਟਫ ਟਾਈਮ ਸ਼ੁਰੂ ਹੋ ਚੁੱਕਾ ਸੀ। ਨਾਓ ਕਰੀਅਰ। ਹੁਣ ਕਰੀਅਰ ਕਿੱਦਾਂ ਦਾ ਸੀਗਾ ਚਾਰਲੀ ਚੈਪਲਿਨ ਦਾ? ਹੁਣ ਚਾਰਲੀ ਚੈਪਲਿਨ ਨੂੰ ਅਸੀਂ ਲੋਕ ਐਜ਼ ਅ ਕਮੇਡੀਅਨ ਹੀ ਜਾਣਦੇ ਹਾਂ ਕਿ ਬਹੁਤ ਜ਼ਿਆਦਾ ਹਸਾਉਂਦੇ ਆ, ਔਰ ਸਮਟਾਈਮਸ ਕੀ ਹੁੰਦਾ ਹੈ ਕਿ ਜਿਹੜੇ ਲੋਕ ਹਸਾਉਂਦੇ ਆ, ਇਟ ਡਜ਼ਨਟ ਮੀਨ ਕਿ ਉਹ ਆਪਣੀ ਲਾਈਫ ਦੇ ਵਿੱਚ ਵੀ ਬਹੁਤ ਜ਼ਿਆਦਾ ਖੁਸ਼ ਹੋਣਗੇ। ਜਿੱਦਾਂ ਕਿ ਅਸੀਂ ਦੇਖ ਰਹੇ ਹਾਂ ਕਿ ਚੈਪਲਿਨ ਨੇ ਆਪਣੀ ਜਿਹੜੀ अर्ਲੀ ਲਾਈਫ ਸੀ ਉਹ ਬਹੁਤ ਜ਼ਿਆਦਾ ਟਫ ਟਾਈਮਸ ਦੇ ਵਿੱਚ ਬਤੀਤ ਕੀਤੀ ਸੀ।
So, inspired by his mother's love for stage, Chaplin decided to enter the show business. ਹੁਣ ਉਸ ਟਾਈਮ 'ਤੇ ਜਦੋਂ ਚੈਪਲਿਨ ਛੋਟੇ ਸੀ ਹਜੇ, ਠੀਕ ਹੈ, ਉਹਨਾਂ ਨੇ ਦੇਖਿਆ ਸਾਰਾ ਕੁਛ ਕਿ ਉਹਨਾਂ ਦੀ ਮਦਰ ਕੀ ਕੰਮ ਕਰਦੀ ਆ, ਸਟੇਜ 'ਤੇ ਪਰਫੋਰਮੈਂਸ ਕਰਦੀ ਆ, ਅਤੇ ਉਹਦੇ ਮਦਰ ਨੂੰ ਸਟੇਜ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ। ਅਤੇ ਚੈਪਲਿਨ ਨੇ ਆਪਣੀ ਮਦਰ ਨੂੰ ਦੇਖ ਕੇ ਡਿਸਾਈਡ ਕੀਤਾ ਕਿ ਉਹ ਵੀ ਸ਼ੋਅ ਬਿਜ਼ਨਸ ਦੇ ਵਿੱਚ ਹੀ ਆਪਣਾ ਕਰੀਅਰ ਬਿਲਡ ਕਰਨਗੇ। ਹੀ ਯੂਜ਼ਡ ਹਿਜ਼ ਮਦਰਸ ਕੰਟੈਕਟਸ ਐਂਡ ਇਨ 1897 ਲੈਂਡਡ ਅ ਰੋਲ ਇਨ ਦ ਕਲੌਕ ਡਾਂਸਿੰਗ ਟਰੂਪ called the 8 Lancashire Lads। ਹੁਣ ਉਹਨਾਂ ਨੇ ਆਪਣੀ ਮਦਰ ਦੇ ਜਿਹੜੇ ਕੰਟੈਕਟ ਸੀ ਉਹਨਾਂ ਨੂੰ ਕੰਟੈਕਟ ਕੀਤਾ, ਮਤਲਬ ਜਿਹਦੇ ਨਾਲ ਉਹਨਾਂ ਦੀ ਮਦਰ ਕੰਮ ਕਰਦੀ ਸੀਗੀ ਪਹਿਲਾਂ ਸਟੇਜ ਦੇ ਉੱਤੇ, ਉਹਨਾਂ ਦੇ ਨਾਲ ਹੀ ਚੈਪਲਿਨ ਨੇ ਕੰਟੈਕਟ ਕੀਤਾ ਤਾਂ ਕਿ ਉਹਨਾਂ ਨੂੰ ਵੀ ਜੋ ਹੈ ਕੰਮ ਮਿਲ ਸਕੇ ਸਟੇਜ ਦੇ ਵਿੱਚ ਜਾਂ ਸ਼ੋਅ ਬਿਜ਼ਨਸ ਦੇ ਵਿੱਚ। ਅਤੇ ਉਹਨਾਂ ਨੇ ਸਟਾਰਟਿੰਗ ਕੀਤੀ 1897 ਦੇ ਵਿੱਚ ਕਲੌਕ ਡਾਂਸਿੰਗ ਟਰੂਪ ਦੇ ਵਿੱਚ। ਹੁਣ ਕਲੌਕ ਡਾਂਸਿੰਗ ਕੀ ਹੁੰਦੀ ਆ? ਕਲੌਕ ਡਾਂਸਿੰਗ ਦੇ ਵਿੱਚ ਪੈਰਾਂ ਦੇ ਵਿੱਚ ਕਲੌਕਸ ਪਾ ਕੇ ਪੈਟਰ ਕੀਤਾ ਜਾਂਦਾ ਆ ਉਹਨੂੰ ਲੱਕੜ ਦੀ ਸਟੇਜ ਦੇ ਉੱਤੇ, ਜਿਹਦੇ ਨਾਲ ਕਿ ਆਵਾਜ਼ ਪ੍ਰੋਡਿਊਸ ਹੁੰਦੀ ਸੀ। ਉਹਨਾਂ ਦੇ ਗਰੁੱਪ ਦੇ ਵਿੱਚ ਜਾ ਕੇ ਜਿਹੜੇ ਚੈਪਲਿਨ ਨੇ ਕੰਮ ਕਰਨਾ ਸ਼ੁਰੂ ਕੀਤਾ। ਇਟ ਵਾਜ਼ ਅ ਸ਼ਾਰਟ ਸਟੈਂਟ ਮਤਲਬ ਟਾਈਮ ਪੀਰੀਅਡ, ਥੋੜ੍ਹਾ ਜਿਹਾ ਟਾਈਮ ਪੀਰੀਅਡ ਵਾਸਤੇ ਹੀ ਇਹ ਜਿਹੜਾ ਸੀ ਉਹਨਾਂ ਨੂੰ ਕੰਮ ਜਿਹੜਾ ਮਿਲਿਆ ਅਸੀਂ ਕਹਿ ਸਕਦੇ ਹਾਂ। ਐਂਡ ਨਾਟ ਟੈਰੀਬਲੀ ਪ੍ਰੋਫਿਟੇਬਲ ਵਨ, ਔਰ ਇਹਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਫਿਟ ਵੀ ਨਹੀਂ ਹੋਇਆ। ਫੋਰਸਿੰਗ ਦ ਗੋ ਗੈਟਰ ਚੈਪਲਿਨ to make ends meet any way he could। ਗੋ ਗੈਟਰ ਮਤਲਬ ਕਿ ਬਹੁਤ ਜ਼ਿਆਦਾ ਸਟਰਗਲ ਕਰਨਾ, ਔਰ ਚੈਪਲਿਨ ਉਸ ਟਾਈਮ 'ਤੇ ਕਹਿੰਦੇ ਕਿ ਇੰਨਾ ਜ਼ਿਆਦਾ ਸਟਰਗਲ ਕਰ ਰਹੇ ਸੀਗੇ ਅਤੇ ਉਹਨਾਂ ਨੇ ਹਰ ਕੰਮ ਜਿਹੜਾ ਆ ਕੀਤਾ ਜਾਂ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਡੇਲੀ ਨੀਡਸ ਦੀਆਂ ਜਿਹੜੀਆਂ ਜ਼ਰੂਰਤਾਂ ਆ ਉਹ ਪੂਰੀਆਂ ਹੋ ਸਕਣ। ਇਨ ਵਨ ਆਫ ਹਿਜ਼ अर्ਲੀ ਇੰਟਰਵਿਊਜ਼, ਹੁਣ ਉਹਨਾਂ ਨੇ ਕਿੰਨਾ ਸਟਰਗਲ ਕੀਤਾ, ਉਹਨਾਂ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਜਦੋਂ ਉਹਨਾਂ ਨੂੰ ਫੇਮ ਮਿਲਣਾ ਸ਼ੁਰੂ ਹੋਇਆ, ਉਹਨਾਂ ਦਾ ਇੱਕ ਇੰਟਰਵਿਊ ਹੋਇਆ, ਉਹਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ, ਚੈਪਲਿਨ ਰਿਮਾਰਕਡ, ਆਈ ਵਾਜ਼ ਅ ਨਿਊਜ਼ ਵੈਂਡਰ, ਪ੍ਰਿੰਟਰ, ਟੋਏ ਮੇਕਰ, ਡਾਕਟਰਸ ਬॉय ਐਟਸੈਟਰਾ। ਉਹ ਕਹਿੰਦੇ ਕਿ ਸਟਾਰਟਿੰਗ ਦੇ ਵਿੱਚ ਮੈਂ ਆਪਣੀ ਲਾਈਫ ਦੇ ਵਿੱਚ ਕਿਹੜੇ ਕਿਹੜੇ ਕੰਮ ਕੀਤੇ ਆ। ਮੈਂ ਇੱਕ ਨਿਊਜ਼ ਵੈਂਡਰ ਵੀ ਸੀ, ਨਿਊਜ਼ ਵੀ ਵੰਡਦਾ ਸੀ, ਪ੍ਰਿੰਟਰ ਵੀ ਸੀ, ਟੋਏ ਮੇਕਰ ਵੀ ਸੀ, ਡਾਕਟਰਸ ਬॉय ਵੀ ਸੀ, ਮੈਂ ਮਤਲਬ ਬਹੁਤ ਸਾਰੇ ਜਿਹੜੇ ਕੰਮ ਮੈਂ ਕੀਤੇ, ਚੈਪਲਿਨ ਨੇ ਦੱਸਿਆ। ਬਟ ਡਿਊਰਿੰਗ these occupational digressions ਮਤਲਬ division, I never lost sight of my ultimate aim to become an actor। ਬਟ ਚਾਰਲੀ ਕਹਿੰਦੇ ਕਿ ਇਹਨਾਂ ਸਾਰੇ ਕੰਮਾਂ ਦੇ ਵਿੱਚ ਜਿਹੜੇ occupational division ਸੀਗੀਆਂ, ਕਦੀ ਮੈਂ ਕੋਈ ਕੰਮ ਕੀਤਾ, ਕਦੀ ਮੈਂ ਕੋਈ ਕੰਮ ਕੀਤਾ, ਬਟ ਕਹਿੰਦੇ ਕਿ ਜਿਹੜਾ ਮੇਰਾ ਮੇਨ ਜਿਹੜਾ ਪਰਪਸ ਸੀਗਾ ਲਾਈਫ ਦਾ ਕਿ ਮੈਂ ਐਕਟਰ ਬਣਨਾ, ਉਸ ਏਮ ਤੋਂ ਮੈਂ ਕਦੀ ਵੀ ਭਟਕਿਆ ਨਹੀਂ। So between jobs, I would polish my shoes, brush my clothes, put on a clean collar and make periodic calls at a theatrical agency। ਹੁਣ ਕਹਿੰਦੇ ਕਿ ਇਹ ਸਾਰੇ ਕੰਮ ਕਰਨ ਦੇ ਬਾਵਜੂਦ ਕਿ ਮੈਂ ਇੰਨੇ ਸਾਰੇ ਕੰਮ ਕੀਤੇ, ਉਹ ਕਾਹਦੇ ਵਾਸਤੇ ਕੀਤੇ? ਤਾਂ ਕਿ ਉਹਨਾਂ ਨੂੰ 2 ਵਕਤ ਦੀ ਰੋਟੀ ਮਿਲ ਸਕੇ। ਕਹਿੰਦੇ ਇਹਨਾਂ ਦੇ ਬਾਵਜੂਦ ਵੀ ਮੈਂ ਕੀ ਕਰਦਾ ਸੀ, ਆਪਣੇ ਸ਼ੂਜ਼ ਜਿਹੜੇ ਪੋਲਿਸ਼ ਕਰਨੇ, ਮੈਂ ਆਪਣੇ ਕਲੋਥਸ ਬਰਸ਼ ਕਰਨੇ, ਦੈਨ ਮੈਂ ਕਲੀਨ ਕਾਲਰ ਲਗਾ ਕੇ ਕਾਲਸ ਕਰਨੀਆਂ ਥੀਏਟੀਕਲ ਏਜੰਸੀਜ਼ ਨੂੰ ਕਿ ਮੈਨੂੰ ਕੋਈ ਐਕਟਿੰਗ ਦਾ ਕੰਮ ਮਿਲ ਸਕੇ। Eventually, the opportunities Chaplin desired did present themselves, and being the man who believed in striking while the iron is hot, he grabbed it with both hands। ਹੁਣ ਕਹਿੰਦੇ ਕਿ ਇਵੈਂਚੁਅਲੀ ਮਤਲਬ ਫਾਈਨਲੀ, ਆਖਿਰਕਾਰ ਜਿਹੜੀ ਓਪਰਚੁਨਿਟੀ ਦੀ ਤਾਕ ਦੇ ਵਿੱਚ ਚੈਪਲਿਨ ਬੈਠੇ ਸੀਗੇ ਕਿ ਮੈਨੂੰ ਐਕਟਿੰਗ ਦੇ ਵਿੱਚ ਕੁਝ ਮਿਲੇ, ਉਹਨਾਂ ਨੂੰ ਉਹ ਓਪਰਚੁਨਿਟੀ ਮਿਲੀ ਅਤੇ ਉਹਨਾਂ ਦੀ ਸੋਚ ਸੀਗੀ ਸਟ੍ਰਾਈਕਿੰਗ ਵਾਈਲ ਦਾ ਆਇਰਨ ਇਜ਼ ਹੌਟ, ਮਤਲਬ ਕਿ ਜਦੋਂ ਓਪਰਚੁਨਿਟੀ ਮਿਲੇ ਤਾਂ ਉਹਨੂੰ ਗ੍ਰੈਬ ਕਰ ਲੈਣਾ ਚਾਹੀਦਾ, ਅਤੇ ਉਹਨਾਂ ਨੇ ਉਹ ਜਿਹੜੀ ਓਪਰਚੁਨਿਟੀ ਆ ਦੋਨੋਂ ਹੱਥਾਂ ਦੇ ਨਾਲ ਗ੍ਰੈਬ ਕਰ ਲਈ, ਉਹਨੂੰ ਗਵਾਇਆ ਨਹੀਂ। ਹੀ ਮੇਡ ਹਿਜ਼ ਐਕਟਿੰਗ ਡਿਬਿਊ ਐਜ਼ ਅ ਪੇਜ ਬॉय ਇਨ ਦਾ ਰੈਂਡੇਸ਼ਨ ਆਫ ਸ਼ਰਲੌਕ ਹੋਮਸ। ਹੁਣ ਉਹ ਕਹਿੰਦੇ ਕਿ ਉਹਨਾਂ ਨੇ ਜਿਹੜੀ ਆਪਣੀ ਪਹਿਲੀ ਜਿਹੜੀ ਡਿਬਿਊ ਕੀਤੀ, ਕਿ ਉਹਨਾਂ ਨੂੰ ਜਦੋਂ ਓਪਰਚੁਨਿਟੀ ਮਿਲੀ ਆਪਣੀ ਐਕਟਿੰਗ ਦੇ ਵਿੱਚ, ਕਿਉਂਕਿ ਉਹਨਾਂ ਦਾ ਸੁਪਨਾ ਸੀ ਕਿ ਮੈਂ ਐਕਟਿੰਗ ਦੇ ਵਿੱਚ ਹੀ ਜਾਣਾ ਆ, ਦੈਨ ਉਹਨਾਂ ਨੂੰ ਜਿਹੜੀ ਓਪਰਚੁਨਿਟੀ ਫਸਟ ਮਿਲੀ ਐਕਟਿੰਗ ਦੇ ਵਿੱਚ, ਜਿਹੜੀ ਫੇਮਸ ਸੀਗੀ ਰੈਂਡੇਸ਼ਨ ਦੇ ਵਿੱਚ ਮਿਲੀ। ਰੈਂਡੇਸ਼ਨ ਕੀ ਹੁੰਦਾ? ਪਰਫੋਰਮੈਂਸ ਔਰ ਇੰਟਰਪ੍ਰੀਟੇਸ਼ਨ ਸਪੈਸ਼ਲੀ ਆਫ ਅ ਡਰਾਮੈਟਿਕ ਰੋਲ ਔਰ ਪੀਸ ਆਫ ਮਿਊਜ਼ਿਕ। ਇੱਕ ਡਰਾਮੈਟਿਕ ਰੋਲ ਹੁੰਦਾ ਆ ਜਿਹਦੇ ਵਿੱਚ ਖਾਸ ਕਰਕੇ ਇੱਕ ਮਿਊਜ਼ਿਕ ਦਾ ਯੂਜ਼ ਕੀਤਾ ਜਾਂਦਾ ਆ।
ਸੋ ਉਹਨਾਂ ਨੂੰ ਇਹ ਜਿਹੜਾ ਆ ਕੰਮ ਮਿਲਿਆ। In 1914, Chaplin made his film The Bud in a somewhat forgettable one-reeler called Make a Living। ਹੁਣ ਉਹਨਾਂ ਨੂੰ 1914 ਦੇ ਵਿੱਚ ਫਿਲਮ ਦੀ ਬਡ ਦੇ ਵਿੱਚ ਕੰਮ ਮਿਲਿਆ ਇੱਕ ਕੰਪਨੀ ਦੇ ਵਿੱਚ ਜਿਹਨੂੰ ਮੇਕ ਅ ਲਿਵਿੰਗ ਕਿਹਾ ਜਾਂਦਾ ਆ। ਹੁਣ ਉਹ ਜਿਹੜੀ ਕੰਪਨੀ ਆ ਕਹਿੰਦੇ ਬਾਅਦ ਦੇ ਵਿੱਚ ਤਾਂ ਕੀ ਆ ਫੋਰਗੇਟੇਬਲ ਹੋ ਗਈ, ਮਤਲਬ ਇੰਨੀ ਫੇਮਸ ਨਹੀਂ ਹੋਈ, ਬਟ ਚੈਪਲਿਨ ਨੇ ਉਹਦੇ ਵਿੱਚ ਵੀ ਕੰਮ ਕੀਤਾ। To differentiate himself from the other actors in Sennett films, Chaplin decided to play a single identifiable character and The Little Tramp was born। ਹੁਣ ਕਹਿੰਦੇ ਕਿ ਆਪਣੇ ਆਪ ਨੂੰ ਦੂਸਰੇ ਜਿਹੜੇ ਐਕਟਰ ਸੀਗੇ ਉਸ ਟਾਈਮ ਦੇ ਉਹਨਾਂ ਤੋਂ ਅਲੱਗ ਕਰਨ ਵਾਸਤੇ ਚੈਪਲਿਨ ਨੇ ਕੀ ਕੀਤਾ, ਇੱਕ ਸਿੰਗਲ ਜਿਹੜਾ ਆ ਐਜ਼ ਅ ਸਿੰਗਲ ਐਕਟਰ ਪਰਫੋਰਮ ਕਰਨਾ ਵਧੀਆ ਸਮਝਿਆ ਅਤੇ ਉਹਨਾਂ ਨੇ ਕੀ ਕੀਤਾ, ਦ ਲਿਟਲ ਟਰੈਂਪ ਜਿਹੜਾ ਆ ਉਸ ਕਰੈਕਟਰ ਨੂੰ ਜਨਮ ਦਿੱਤਾ। ਹੁਣ ਲਿਟਲ ਟਰੈਂਪ ਇੱਕ ਕਰੈਕਟਰ ਹੈਗਾ ਆ ਜਿਹਨੂੰ ਕਿ ਚੈਪਲਿਨ ਨੇ ਹੀ ਕ੍ਰੀਏਟ ਕੀਤਾ ਸੀ ਆਪਣੇ ਵਾਸਤੇ। ਉਸੇ ਕਰੈਕਟਰ ਕਰਕੇ ਹੀ ਬਹੁਤ ਜ਼ਿਆਦਾ ਪੋਪੂਲੈਰਿਟੀ ਜਿਹੜੀ ਚਾਰਲੀ ਚੈਪਲਿਨ ਨੂੰ ਮਿਲਣੀ ਸ਼ੁਰੂ ਹੋਈ ਸੀ ਔਰ ਕਰੈਕਟਰ ਦਾ ਨਾਮ ਸੀ ਦ ਲਿਟਲ ਟਰੈਂਪ। Chaplin appeared in 35 movies and later moved to the Mutual Company when he was 26। ਚੈਪਲਿਨ ਨੇ 35 ਮੂਵੀਜ਼ ਦੇ ਵਿੱਚ ਕੰਮ ਕੀਤਾ ਅਤੇ ਉਹਨਾਂ ਨੇ ਬਾਅਦ ਦੇ ਵਿੱਚ ਇੱਕ ਮਿਊਚੁਅਲ ਕੰਪਨੀ ਦੇ ਵਿੱਚ ਐਂਟਰ ਕਰ ਲਿਆ ਉਹ ਜਦੋਂ 26 years old ਸੀਗੇ। ਹੀ ਵਾਜ਼ ਪੇਡ ਓਵਰ $670,000 per year ਅਤੇ ਉਹਨਾਂ ਨੂੰ ਉਸ ਮਿਊਚੁਅਲ ਕੰਪਨੀ ਤੋਂ ਕਿੰਨੀ ਇਨਕਮ ਹੋ ਰਹੀ ਸੀ ਪਰ ਈਅਰ, $670,000। ਹੁਣ ਇੰਨੀ ਇਨਕਮ ਬਹੁਤ ਜ਼ਿਆਦਾ ਹੁੰਦੀ ਆ। ਪਹਿਲਾਂ ਕੀ ਸੀਗਾ, ਬਹੁਤ ਜ਼ਿਆਦਾ ਸਟਰਗਲ ਕੀਤੀ ਆ ਹੁਣ ਚੈਪਲਿਨ ਨੇ ਇਸ ਮੁਕਾਮ ਤੱਕ ਆਉਣ ਵਾਸਤੇ। ਅਤੇ ਜਦੋਂ ਉਹਨਾਂ ਨੂੰ ਇਹ ਚੀਜ਼ ਮਿਲੀ ਆ ਮਿਊਚੁਅਲ ਕੰਪਨੀ ਦੇ ਵਿੱਚ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਆ ਅਤੇ ਉਹਨਾਂ ਨੂੰ ਇੰਨੀ ਜਿਹੜੀ ਇਨਕਮ ਅਰਨ ਹੋਣੀ ਸ਼ੁਰੂ ਹੋਈ। ਦਿਸ ਮੇਡ ਹਿਮ ਅ ਵੈਲਦੀ ਮੈਨ। ਇਹਦੇ ਨਾਲ ਉਹ ਬਹੁਤ ਜ਼ਿਆਦਾ ਕੀ ਹੋ ਗਏ, ਰਿਚ ਪਰਸਨ ਬਣ ਗਏ। ਬਟ it didn't distract him from his passion for the art। ਪਰ ਇੰਨੀ ਇਨਕਮ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਜਿਹੜਾ ਪੈਸ਼ਨ ਸੀ, ਉਹਨਾਂ ਦਾ ਜਿਹੜਾ ਏਮ ਸੀ, ਉਹ ਤੋਂ ਉਹ ਨਹੀਂ ਭਟਕੇ। ਉਹਨਾਂ ਨੇ ਉਹਦੇ ਉੱਤੇ ਕੀ ਕੀਤਾ, ਆਪਣਾ ਜੋ ਸੀਗਾ ਕੰਮ ਕਰਨਾ ਜਾਰੀ ਰੱਖਿਆ। his strict work ethics made him a perfectionist। ਹੁਣ ਉਹਨਾਂ ਦੇ ਜਿਹੜੇ ਵਰਕ ਐਥਿਕਸ ਸੀ ਬਹੁਤ ਜ਼ਿਆਦਾ ਸਟ੍ਰਿਕਟ ਸੀਗੇ ਅਤੇ ਉਹਨਾਂ ਦੀ ਜਿਹੜੇ ਸ਼ਡਿਊਲ ਨੇ, ਉਹਨਾਂ ਦੇ ਐਥਿਕਸ ਨੇ ਬਹੁਤ ਜ਼ਿਆਦਾ ਪਰਫੈਕਸ਼ਨਿਸਟ ਬਣਾ ਦਿੱਤਾ। ਪਰਫੈਕਸ਼ਨਿਸਟ ਕੌਣ ਹੁੰਦਾ ਆ, ਉਹ ਪਰਸਨ ਜਿਹੜਾ ਕਿ ਹਰ ਕੰਮ ਨੂੰ ਬਹੁਤ ਜ਼ਿਆਦਾ ਪਰਫੈਕਟ ਤਰੀਕੇ ਨਾਲ ਕਰਨਾ ਪਸੰਦ ਕਰਦਾ ਆ। ਦਿਸ ਵਾਜ਼ ਐਵੀਡੈਂਟ ਇਨ ਹਿਜ਼ ਕੌਨਸਟੈਂਟ ਐਕਸਪੈਰੀਮੈਂਟੇਸ਼ਨ ਵਿਦ ਸੈਵਰਲ ਟੇਕਸ। ਦੇਅਰ ਹੈਵ ਬੀਨ countless instances where he asked for rebuilding an entire set and sometimes even recasting his performers and starting the filming again with someone new। ਹੁਣ ਕਹਿੰਦੇ ਕਿ ਇੰਨੇ ਜ਼ਿਆਦਾ ਡੈਡੀਕੇਟਿਡ ਸੀਗੇ, ਕਈ ਵਾਰੀ ਉਹ ਕੀ ਕਰਦੇ ਸੀ, ਇੱਕ ਹੀ ਕਰੈਕਟਰ ਨੂੰ ਦੁਬਾਰਾ ਰੀਬਿਲਟ ਵੀ ਕਰਦੇ ਸੀਗੇ, ਫਿਰ ਵੀ ਉਹ ਕੀ ਸੀਗੇ, ਥੱਕਦੇ ਨਹੀਂ ਸੀਗੇ ਔਰ ਚੀਜ਼ਾਂ ਨੂੰ ਬਹੁਤ ਜ਼ਿਆਦਾ ਪਰਫੈਕਟ ਤਰੀਕੇ ਦੇ ਨਾਲ ਕਰਦੇ ਸੀ। ਇਸੇ ਕਰਕੇ ਹੀ ਉਹਨਾਂ ਦੇ ਇਹਨਾਂ ਐਥਿਕਸ ਦੇ ਕਰਕੇ ਹੀ ਉਹ ਇੱਕ ਪਰਫੈਕਸ਼ਨਿਸਟ ਸੀਗੇ। But all those reshoots and Chaplin's tendency to go the extra mile paid off as his career progressed। ਹੁਣ ਜਿਹੜੀਆਂ ਕਹਿੰਦੇ ਕਿ ਉਹਨਾਂ ਦੀਆਂ ਇੰਨੀਆਂ ਜ਼ਿਆਦਾ ਜਿਹੜੇ ਐਫਰਟ ਸੀਗੇ ਚੈਪਲਿਨ ਦੇ, ਉਹ ਕੀ ਆ, ਉਹਨਾਂ ਨੂੰ ਮੁੱਲ ਵੀ ਮਿਲਿਆ। In the 1920s he made films like The Kid, The Pilgrim, A Woman in Paris, The Gold Rush, a film Chaplin would later say he wanted to be remembered by, and The Circus। ਹੁਣ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਮੂਵੀਜ਼ ਦੇ ਵਿੱਚ ਫਿਰ ਕੰਮ ਮਿਲਿਆ। ਇਹ ਕੁਛ ਉਹਨਾਂ ਦੀਆਂ ਫੇਮਸ ਮੂਵੀਜ਼ ਦੇ ਨਾਮ ਸੀ, ਕਿਹੜੇ ਈਅਰ ਦੇ ਵਿੱਚ ਉਹ ਰਿਲੀਜ਼ ਹੋਈਆਂ ਸੀ ਉਹ ਵੀ ਮੈਂਸ਼ਨ ਕੀਤੇ ਗਏ ਹੋਏ ਆ ਈਅਰ। ਅਤੇ ਉਹ ਇੱਕ ਜਿਹੜੀ ਮੂਵੀ ਸੀ ਜਿਹਦੇ ਨਾਲ ਕਿ ਚਾਰਲੀ ਵੀ ਕਹਿੰਦੇ ਸੀ ਲੋਕ ਉਹਨਾਂ ਨੂੰ ਯਾਦ ਰੱਖਣ, ਉਹ ਮੂਵੀ ਸੀਗੀ ਦ ਸਰਕਸ। Last 3 films were released by United Artists, a production house founded by Chaplin। ਉਹਨਾਂ ਦੀਆਂ ਜਿਹੜੀਆਂ ਕਰੀਅਰ ਦੀਆਂ ਲਾਸਟ 3 ਮੂਵੀਜ਼ ਸੀਗੀਆਂ, ਫਿਲਮ ਸੀਗੀਆਂ, ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਹਾਊਸ ਸੀ ਜਿਹੜਾ ਉਹਨਾਂ ਨੇ ਖੁਦ ਫਾਊਂਡ ਕੀਤਾ ਸੀ, ਉਹਨਾਂ ਨੇ ਹੀ ਰਿਲੀਜ਼ ਕੀਤੀਆਂ ਸੀਗੀਆਂ, ਪ੍ਰੋਡਿਊਸ ਕੀਤੀਆਂ ਸੀ। ਅਤੇ ਉਸ ਪ੍ਰੋਡਕਸ਼ਨ ਹਾਊਸ ਦਾ ਨਾਮ ਸੀਗਾ
ਯੂਨਾਈਟਿਡ ਆਰਟਿਸਟ। ਹੋਰ ਇਹ ਤਾਂ ਹੋ ਗਿਆ ਕਿ ਉਹਨਾਂ ਦੇ ਕਰੀਅਰ ਦੇ ਵਿੱਚ ਉਹਨਾਂ ਨੇ ਕੀ ਕੀ ਕੀਤਾ, ਕੀ ਉਹਨਾਂ ਨੇ ਸਟਰਗਲ ਕਰਕੇ ਇਹ ਮੁਕਾਮ ਹਾਸਿਲ ਕੀਤਾ, ਇੰਨੀ ਜ਼ਿਆਦਾ ਫਿਰ ਉਹਨਾਂ ਨੂੰ ਇਨਕਮ ਹੋ ਗਈ। ਪਹਿਲਾਂ ਉਹ ਕੀ ਕਰਦੇ ਸੀ, ਲੀਰਾਂ ਦੇ ਵਿੱਚ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ ਸੀ, ਬਟ ਫਿਰ ਉਹਨਾਂ ਨੂੰ ਬਹੁਤ ਜ਼ਿਆਦਾ ਫੇਮ ਮਿਲਿਆ, ਉਹਨਾਂ ਨੇ ਲੋਕਾਂ ਨੂੰ ਕੀ ਕੀਤਾ, ਹਸਾਇਆ ਵੀ ਬਹੁਤ। ਇਹਦੇ ਕਰਕੇ ਉਹਨਾਂ ਨੂੰ ਕੀ ਆ, ਟਾਈਟਲ ਵੀ ਇੱਕ ਕੀ ਆ ਕਹਿ ਸਕਦੇ ਹਾਂ ਅਸੀਂ ਐਪ ਦਾ ਇਸ ਚੈਪਟਰ ਦਾ, ਕਿ ਉਹਨਾਂ ਨੇ ਲਾਫਟਰ ਨੂੰ ਇੱਕ ਪ੍ਰੋਫਿਟੇਬਲ ਬਿਜ਼ਨਸ ਬਣਾਇਆ, ਜਿਸ ਨਾਲ ਕਿ ਉਹਨਾਂ ਦੇ ਜਿਹੜੇ ਸੀਗੇ ਦਿਨ ਲੀਰਾਂ ਤੋਂ ਕੀ ਹੋ ਗਏ, ਅਮੀਰੀ ਦੇ ਵਿੱਚ ਤਬਦੀਲ ਹੋ ਗਏ। ਬਟ ਇਹਦੇ ਪਿੱਛੇ ਉਹਨਾਂ ਦਾ ਬਹੁਤ ਜ਼ਿਆਦਾ ਹਾਰਡ ਵਰਕ ਸੀ। ਇੰਨੀ ਜ਼ਿਆਦਾ ਫੇਮ, ਇੰਨਾ ਜ਼ਿਆਦਾ ਜੋ ਪੈਸਾ ਸੀ ਉਹਨਾਂ ਨੂੰ ਐਵੇਂ ਨਹੀਂ ਮਿਲ ਗਿਆ, ਉਹਨਾਂ ਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਸੀ। ਲਾਈਫ ਆਫ ਸਕਰੀਨ, ਹੁਣ ਇੱਕ ਇਹ ਤਾਂ ਹੋ ਗਿਆ ਉਹਨਾਂ ਦੀ ਜਿਹੜੀ ਔਨ ਸਕਰੀਨ ਲਾਈਫ ਸੀਗੀ। ਜਿਹੜੀ ਉਹਨਾਂ ਦੀ ਆਫ ਸਕਰੀਨ ਲਾਈਫ ਸੀ ਉਹ ਕਿੱਦਾਂ ਦੀ ਸੀਗੀ। ਚੈਪਲਿਨ ਵਾਜ਼ ਮੈਰਿਡ ਟੂ ਓਨਾ ਓਨਿਲ, ਦ ਡਾਟਰ ਆਫ ਫੇਮਸ ਪਲੇਅਰੇਟ ਈਓਗਨ ਓਨਿਲ। ਉਹਨਾਂ ਦੀ ਮੈਰਿਜ ਇੱਕ ਫੇਮਸ ਪਲੇਅਰੇਟ ਜਿਹੜੇ ਸੀਗੇ ਉਸ ਟਾਈਮ 'ਤੇ ਈਓਗਨ ਓਨਿਲ ਦੀ ਬੇਟੀ ਓਨਾ ਓਨਿਲ ਦੇ ਨਾਲ ਹੋਈ 1972 ਦੇ ਵਿੱਚ। ਚੈਪਲਿਨ ਵਾਜ਼ ਗਿਵਨ ਐਨ ਆਨਰਰੀ ਅਕੈਡਮੀ ਅਵਾਰਡ। ਦਿਸ ਹੈਪਨ ਸ਼ਾਰਟਲੀ ਆਫਟਰ ਹਿਸ ਫਾਈਨਲ ਫਿਲਮ। ਹੁਣ ਚੈਪਲਿਨ ਦੀ ਜਿਹੜੀ ਫਾਈਨਲ ਫਿਲਮ ਜਦੋਂ ਉਹਨਾਂ ਦੀ ਕਰੀਅਰ ਦੀ ਰਿਲੀਜ਼ ਹੋਈ, ਉਸ ਤੋਂ ਬਾਅਦ ਉਹਨਾਂ ਨੂੰ ਆਨਰਰੀ ਅਕੈਡਮੀ ਅਵਾਰਡ ਜਿਹੜਾ ਆ ਮਿਲਿਆ। A Countess from Hong Kong, which was his first and only color film। ਤੇ ਇਹ ਜਿਹੜੀ ਉਹਨਾਂ ਦੀ ਲਾਸਟ ਮੂਵੀ ਸੀਗੀ ਉਹਦਾ ਨਾਮ ਸੀ A Countess from Hong Kong, ਜਿਹੜੀ ਕਿ 1967 ਦੇ ਵਿੱਚ ਬਣੀ ਸੀਗੀ। ਤੇ ਇਹ ਉਹਨਾਂ ਦੀ ਸਿਰਫ ਤੇ ਸਿਰਫ ਪਹਿਲੀ ਤੇ ਆਖਰੀ ਕਲਰ ਫਿਲਮ ਸੀ। ਜਿਹੜੀਆਂ ਬਾਕੀ ਉਹਨਾਂ ਦੀਆਂ ਸਾਰੀਆਂ ਮੂਵੀਜ਼ ਸੀਗੀਆਂ ਉਹ ਬਲੈਕ ਐਂਡ ਵਾਈਟ ਸੀ, ਸਿਰਫ ਇਹੀ ਜਿਹੜੀ ਇੱਕ ਮੂਵੀ ਸੀ ਉਹ ਕਲਰਡ ਸੀਗੀ। ਡਿਸਪਾਈਟ ਅ ਸਟੈਲਰ ਕਾਸਟ, ਦ ਫਿਲਮ ਕੁਡਨਟ ਪਰਫਾਰਮ ਐਟ ਦਾ ਬਾਕਸ ਆਫਿਸ। ਇਹ ਫਿਲਮ ਜਿਹੜੀ ਸੀਗੀ ਕਹਿੰਦੇ ਕਿ ਬਹੁਤ ਜ਼ਿਆਦਾ ਸਟੈਲਰ ਕਾਸਟ ਸੀ, ਵਧੀਆ ਸੀ, ਬਟ ਫਿਰ ਵੀ ਇਹ ਬਾਕਸ ਆਫਿਸ ਦੇ ਉੱਤੇ ਚੱਲ ਨਹੀਂ ਸਕੀ। ਹੀ ਪਾਸਡ ਅਵੇ ਇਨ 1977। 1977 ਦੇ ਵਿੱਚ ਉਹਨਾਂ ਦੀ ਮੌਤ ਹੋ ਗਈ। ਵਾਟ ਹੈਪਨ ਡੇਜ਼ ਆਫਟਰ ਹਿਸ ਪਾਸਿੰਗ ਵਾਜ਼ ਸਮਥਿੰਗ ਸਟ੍ਰੇਟ ਆਊਟ ਆਫ ਹਿਸ ਫਿਲਮਸ। ਚੈਪਲਿਨਸ ਬੋਡੀ ਵਾਜ਼ stolen, his grave, and the kidnappers demanded a ransom of $400,000. The criminals were later caught and his body was recovered after 11 weeks। ਹੁਣ ਕੀ ਹੋਇਆ, ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਦੀ ਜਿਹੜੀ ਡੈਡ ਬੋਡੀ ਸੀ ਉਹ ਚੋਰੀ ਹੋ ਗਈ ਤੇ ਜਿਹੜੇ ਕਿਡਨੈਪਰ ਸੀਗੇ ਉਹਨਾਂ ਨੇ ਰੈਂਸਮ ਮੰਗੀ। ਰੈਂਸਮ ਕੀ ਹੁੰਦੀ, ਫਿਰੌਤੀ ਦੀ ਰਕਮ। ਜਦੋਂ ਕਿਸੇ ਨੂੰ ਕਿਡਨੈਪ ਕਰ ਲਿੱਤਾ ਜਾਂਦਾ ਆ, ਤੁਸੀਂ ਦੇਖਿਆ ਹੋਣਾ ਮੂਵੀਜ਼ ਦੇ ਵਿੱਚ ਫਿਰ ਪੈਸੇ ਮੰਗਦੇ ਆ ਨਾ ਕਿਡਨੈਪਰਸ, ਦੈਟ ਇਜ਼ ਕਾਲਡ ਰੈਂਸਮ। ਸੋ ਉਹਨਾਂ ਨੇ $400,000 ਦੀ ਡਿਮਾਂਡ ਕੀਤੀ ਬੋਡੀ ਦੇ ਬਦਲੇ, ਪਰ ਕ੍ਰਿਮੀਨਲਸ ਨੂੰ ਫੜ ਲਿਆ ਗਿਆ ਤੇ ਆਫਟਰ 11 ਵੀਕਸ ਉਹਨਾਂ ਦੀ ਬੋਡੀ ਨੂੰ ਦੁਬਾਰਾ ਰਿਕਵਰ ਕਰ ਲਿਆ ਗਿਆ। So students, today we have discussed about a famous comedian Charles Chaplin. We have seen that he has struggled so much to get this much fame in his life. So with this we come to an end of our chapter. Next week we will discuss some another chapter. Till then, take care of yourselves. Thank you.